अस्सलाम वालेकुम जी दोस्तों की हाल है ठीक हो। अच्छा दोस्तों साडी अज दी जिहड़ी रेमडी आ ਇਹ मेदे दी इंतहाई अहम रेमडी आ। ਜਿਹੜੇ ਲੋਕ ਕਹਿੰਦੇ ਆ ਕਿ ਸਾਡਾ ਤੇ ਮੇਦਾ ਹਮੇਸ਼ਾ ਹੀ ਖਰਾਬ ਰਹਿੰਦਾ ਹੈ, ਅਸੀਂ ਤੇ ਮੇਦੇ ਦੀ ਕੋਈ ਨਾ ਕੋਈ ਦਵਾਈ ਖਾਂਦੇ ਹੀ ਰਹਿੰਦੇ ਆ। ਇਹ ਇਵੇਂ ਸਮਝੋ ਉਹਨਾਂ ਦੇ ਵਾਸਤੇ ਨੇਮ ਤੇ ਖੁਦਾਬੰਦੀ ਆ। ਬਦਹਜ਼ਮੀ ਸ਼ਦੀਦ ਕਿਸਮ ਦੀ, ਖੱਟੀਆਂ ਡਕਾਰਾਂ ਆਣਾ, ਅਕਸਰ ਲੋਕਾਂ ਨੂੰ ਉਲਟੀਆਂ ਵੀ ਆ ਜਾਂਦੀਆਂ ਨੇ। ਸੁਬਹ ਦੇ ਵਕਤ ਅਕਸਰ ਲੋਕਾਂ ਨੂੰ ਮਤਲੀ ਹੋ ਜਾਂਦੀ ਆ, ਉਲਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਾਂ ਇਵੇਂ ਹੁੰਦਾ ਹੈ ਕਿ ਇੱਕ ਅੱਧੀ ਉਲਟੀ ਆਉਂਦੀ ਆ, ਕਲੇਜੇ ਦੇ ਵਿੱਚ, ਮਿਹਦੇ ਦੇ ਵਿੱਚ, ਆਪਣਾ ਗ਼ਜ਼ਾ ਦੀ ਨਾਲੀ ਦੇ ਵਿੱਚ ਜਲਨ ਹੋਣਾ। ਜਿਵੇਂ ਖਾਣਾ ਖਾਂਦੇ ਆ ਉਵੇਂ ਹੀ ਜਲਨ ਹੋਣਾ ਸ਼ੁਰੂ ਹੋ ਜਾਂਦੀ ਆ। ਮਿਹਦੇ ਦੇ ਵਿੱਚ ਬੋਝ ਮਹਿਸੂਸ ਹੋਣ ਲੱਗ ਪੈਂਦਾ ਹੈ, ਐਵੇਂ ਲੱਗਦਾ ਹੈ ਵੀ ਗ਼ਜ਼ਾ ਐਵੇਂ ਮਿਹਦੇ ਦੇ ਉੱਤੇ ਹੀ ਮੂੰਹ 'ਚ ਹੀ ਪਈ ਆ, ਹਜ਼ਮ ਹੀ ਨਹੀਂ ਹੋ ਰਹੀ ਜਾਂ ਉਹ ਥੱਲੇ ਨਹੀਂ ਜਾ ਰਹੀ। ਖਾਣਾ ਖਾਣ ਤੋਂ ਬਾਅਦ ਹਵਾ ਦਾ ਖਾਰਜ ਹੋਣਾ, ਐਵੇਂ ਹਵਾ ਖਾਰਜ ਹੁੰਦੀ ਰਹਿੰਦੀ ਆ। ਤਜ਼ਾਬੀਅਤ ਜਦੋਂ ਹੱਦ ਤੋਂ ਵੱਧ ਜਾਵੇ, ਔਰ ਇੰਨੀ ਹੱਦ ਤੋਂ ਵੱਧ ਜਾਵੇ ਕਿ ਮੂੰਹ ਦਾ ਜ਼ਾਇਕਾ ਵੀ ਖੱਟਾ ਹੋ ਜਾਵੇ, ਤੁਰਸ਼ ਹੋ ਜਾਵੇ। ਇਹ ਦਵਾਈ ਇੰਤਹਾਈ ਅਹਿਮ ਦਵਾਈ ਆ। ਇਹ ਦਵਾਈ ਮਿਹਦੇ ਦੀ ਤਜ਼ਾਬੀਅਤ ਨੂੰ ਠੀਕ ਕਰਨ ਦੀ ਸਲਾਹੀਅਤ ਰੱਖਦੀ ਆ। ਖਾਣਾ ਖਾਣ ਤੋਂ ਬਾਅਦ ਅਫਾਰਾ ਹੋ ਜਾਣਾ, ਮਰਗਨ ਚੀਜ਼ਾਂ, ਤਲੀਆਂ ਹੋਈਆਂ ਚੀਜ਼ਾਂ, ਘੀ, ਦੁੱਧ, ਘਿਓ ਨਹੀਂ ਖਾ ਸਕਦਾ, ਦੁੱਧ ਨਹੀਂ ਪੀ ਸਕਦਾ, ਤਲੀ ਹੋਈ ਚੀਜ਼ ਨਹੀਂ ਖਾ ਸਕਦਾ, ਮਛਲੀ ਨਹੀਂ ਖਾ ਸਕਦਾ। ਜਿਵੇਂ ਖਾਂਦਾ ਹੈ ਉਵੇਂ ਮਿਹਦਾ ਖਰਾਬ ਹੋ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਵੀ ਮਿਹਦੇ ਦੇ ਵਿੱਚ ਖਾਲੀਪਨ, ਖਾਣਾ ਖਾਣ ਤੋਂ ਬਾਅਦ ਵੀ ਲੱਗਦਾ ਹੈ ਵੀ ਯਾਰ ਕੁਛ ਨਹੀਂ ਖਾਧਾ, ਇੰਨਾ ਖਾਲੀਪਨ ਹੁੰਦਾ ਹੈ। ਇਸ ਦੇ ਬਾਵਜੂਦ ਵੀ ਬਦਹਜ਼ਮੀ ਹੁੰਦੀ ਆ, ਖਾਣਾ ਹਜ਼ਮ ਹੀ ਨਹੀਂ ਹੁੰਦਾ, ਲੇਕਿਨ ਮਿਹਦਾ ਭਰਿਆ ਹੋਇਆ ਵੀ ਮਹਿਸੂਸ ਨਹੀਂ ਹੁੰਦਾ। ਚਟਪਟੀ ਚੀਜ਼ਾਂ ਖਾਣ ਦੀ ਖਾਹਿਸ਼, ਪਕੌੜੇ, ਸਮੋਸੇ, ਤਲੀਆਂ ਹੋਈਆਂ ਚੀਜ਼ਾਂ, ਖਾਹਿਸ਼ ਹੁੰਦੀ ਆ ਖਾਣ ਦੀ, ਲੇਕਿਨ ਤਲੀਆਂ ਹੋਈਆਂ ਚੀਜ਼ਾਂ ਨਾਲ ਮਿਹਦਾ ਖਰਾਬ ਹੁੰਦਾ ਹੈ। ਭੁੱਖ ਜਾਂ ਤੇ ਹੱਦ ਤੋਂ ਜ਼ਿਆਦਾ ਲੱਗਦੀ ਆ ਜਾਂ ਫਿਰ ਲੱਗਦੀ ਨਹੀਂ। ਅਗਰ ਲੱਗੇ ਤੇ ਇੰਨੀ ਲੱਗਦੀ ਆ ਵੀ ਮਰੀਜ਼ ਸਮਝਦਾ ਵੀ ਮੈਂ ਹੁਣ ਜਿੰਨੀਆਂ ਰੋਟੀਆਂ ਮਰਜ਼ੀ ਖਾ ਜਾਵਾਂ, ਜੋ ਮੇਰੇ ਸਾਹਮਣੇ ਹੈ ਮੈਂ ਸਾਰਾ ਕੁਝ ਖਾ ਜਾਵਾਂ। ਅਗਰ ਨਾ ਲੱਗੇ ਤੇ ਫਿਰ ਬਿਲਕੁਲ ਉਹਨੂੰ ਤਲਬ ਹੀ ਨਹੀਂ ਹੁੰਦੀ ਕਿ ਮੈਂ ਰੋਟੀ ਵੀ ਖਾਣੀ ਆ। ਤੇ ਦੋਸਤੋ ਅਗਰ ਕਿਸੇ ਮੇਰੇ ਭਾਈ ਦਾ ਮਿਹਦਾ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਜਿੰਨਾ ਅਸੀਂ ਦੱਸਿਆ ਹੈ, ਤਜ਼ਾਬੀਅਤ ਹੋ ਗਈ ਆ, ਬਦਹਜ਼ਮੀ ਹੋ ਗਈ ਆ, ਖੱਟੀਆਂ ਡਕਾਰਾਂ ਆਉਂਦੀਆਂ ਹੈ, ਜ਼ੁਬਾਨ ਦੇ ਉੱਤੇ ਪੀਲੇ ਰੰਗ ਦੀ, ਮਲਾਈ ਦੇ ਰੰਗ ਦੀ, ਮਲਾਈ ਤਰ੍ਹਾਂ ਦੀ ਤਹਿ ਜੰਮ ਗਈ ਆ, ਐਵੇਂ ਲੇਸਦਾਰ ਹੋ ਗਈ ਆ, ਤੇ ਸਾਡੀ ਅੱਜ ਦੀ ਰੈਮਡੀ ਉਹਨੂੰ ਠੀਕ ਕਰਨ ਦੀ ਸਲਾਹੀਅਤ ਰੱਖਦੀ ਆ। ਇਹ ਦੇਖੋ ਦੋਸਤੋ, ਨੈਟਰਮ ਫਾਸ 30 ਤੱਕ ਚ ਕਮ ਸੇ ਕਮ ਲਓ। 30 ਤੋਂ 200 ਵੀ ਲੈ ਸਕਦੇ ਹੋ। ਅਗਰ 200 ਦੇ ਵਿੱਚ ਲਓਗੇ ਤੇ 5 ਕਤਰੇ ਰੋਜ਼ ਪੀਓ। ਅਗਰ 30 ਚ ਲਓ ਤੇ 5 ਕਤਰੇ ਸੁਬਹ ਸ਼ਾਮ ਪੀਓ। ਜ਼ਿਆਦਾ ਬਿਹਤਰ ਇਹ ਆ ਕਿ 200 ਤਾਕਤ ਦੇ ਵਿੱਚ ਲਓ, ਜ਼ਿਆਦਾ ਜਲਦੀ ਠੀਕ ਹੋਵੋਗੇ, ਜ਼ਿਆਦਾ ਜਲਦੀ ਅਸਰ ਕਰੇਗੀ। ਯਾਨੀ ਕਿ ਨੈਟਰਮ ਫਾਸ 200 ਤਾਕਤ ਦੇ ਵਿੱਚ 5 ਕਤਰੇ ਦਿਨ ਦੇ ਵਿੱਚ ਇੱਕ ਟਾਈਮ ਜਦੋਂ ਦਿਲ ਕਰੇ ਪਾਣੀ 'ਚ ਮਿਲਾ ਕੇ ਪੀ ਲਓ। ਥੋੜਾ ਜਿਹਾ ਅਰਸਾ ਪੀਓਗੇ, ਮਿਹਦਾ ਠੀਕ ਹੋ ਜਾਏਗਾ। 15 ਦਿਨ 20 ਦਿਨ ਕੰਟੀਨਿਊ ਕਰੋ ਦਵਾਈ ਨੂੰ। ਔਰ ਬਾਜ਼ ਔਕਾਤ ਇਹ ਦਵਾਈ ਲੰਬਾ ਅਰਸਾ ਇਸਤੇਮਾਲ ਕਰਨੀ ਪੈਂਦੀ ਆ। ਮਿਹਦੇ ਦੀ ਬਿਲਕੁਲ ਜਿੰਨੀਆਂ ਵੀ ਤਕਲੀਫਾਤ ਹੁੰਦੀ ਆ ਉਹਨੂੰ ਠੀਕ ਕਰ ਦਿੰਦੀ ਆ। ਤੇ ਦੋਸਤੋ ਨੈਟਰਮ ਫਾਸ 200 ਤਾਕਤ ਦੇ ਵਿੱਚ ਜਿਸ ਕੰਪਨੀ ਦੀ ਤੁਹਾਨੂੰ ਦਿਲ ਕਰੇ ਲੈ ਲਓ, ਜਰਮਨ ਦੀ ਲਓ, ਮਸੂਦ ਦੀ ਲਓ, ਕਮਾਲ ਦੀ ਲਓ, ਇਨਸ਼ਾਅੱਲਾ ਤੁਹਾਨੂੰ ਫਾਇਦਾ ਕਰੇਗੀ। ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ, ਔਰ ਸਾਡੇ ਅਕਾਊਂਟ ਨੂੰ ਫਾਲੋ ਕਰ ਲਓ ਤਾਂ ਕਿ ਤੁਹਾਡਾ ਔਰ ਸਾਡਾ ਰਾਬਤਾ